हर हर तेरी अमृत बाणी। रे जन उथारे दब्यो सुत्यो गई विहाए। सतगुर का शब्द सुन ना जाग्यो, अंतर ना उपजो चाहे चाओ। शरीर जल्यो गुण बाहरा, जो गुर कार ना कमाए। जगत जलंदा डिठ मैं, हौमे दूजे पाए। नानक गुर शरनाई उपरे, उपर मतलब बाहर आ जाना। नानक गुर शरनाई उपरे, सच मन शब्द ਧਿਆਏ। ਗੁਰੂ ਸਾਹਿਬ ਕਹਿੰਦੇ ਸਾਨੂੰ ਸਮਝਾ ਰਿਹਾ, ਹੈ ਆਦਮੀ ਤੈਨੂੰ ਪਤਾ ਹੀ ਨਹੀਂ ਤੇਰੀ ਲਾਈਫ ਕੀ ਹੈ ਤੇ ਕਿੱਧਰ ਨੂੰ ਜਾ ਰਹੀ ਹੈ। ਪਰ ਹੇ ਉਥਾਰੇ ਦੱਬਿਆ, ਹੇ ਮਾਇਆ ਦੇ ਵਿੱਚ ਇੰਨੇ ਦੱਬਿਆ ਹੋਇਆ, ਕੂੜ ਦੀ ਪਾਲ 'ਚ ਫਸਿਆ ਹੋਇਆ ਹੇ ਆਦਮੀ, ਤੂੰ ਲੋਭ ਮੋਹ ਹੰਕਾਰ ਕਾਮ ਕਰੋ 'ਚ ਇੰਨਾ ਮਸਤ ਹੋ ਗਿਆ ਕਿ ਤੈਨੂੰ ਪਤਾ ਹੀ ਨਹੀਂ ਲੱਗਦਾ ਤੇਰੀ ਜ਼ਿੰਦਗੀ ਕੀ ਹੈ, ਕਿੱਥੋਂ ਆਇਆ ਕਿੱਧਰ ਜਾਣਾ ਹੈ। ਅਤੇ ਸੁੱਤਿਆਂ ਪਿਆ ਹੀ ਤੇਰੀ ਗੁਜ਼ਰ ਰਹੀ ਹੈ। ਤੇਰੀ ਗੋਬਿੰਦ ਨੂੰ ਮਿਲਣ ਦੀ ਵਾਰੀ ਵੀ ਤੈਨੂੰ ਨਹੀਂ ਪਤਾ। ਤੈਨੂੰ ਇਹ ਵੀ ਨਹੀਂ ਪਤਾ ਤੈਨੂੰ ਮੌਤ ਆਉਣੀ ਹੈ, ਉਹ ਵੀ ਨਹੀਂ ਯਾਦ ਤੇਰੇ। ਤੂੰ ਮਾਇਆ ਦੇ ਇੰਨਾ ਦੱਬਿਆ ਗਿਆ ਅਤੇ ਸੌਂ ਗਿਆ, ਹੁਣ ਤੈਨੂੰ ਜਾਗ ਵੀ ਨਹੀਂ ਆਉਂਦੀ। ਉਹਦੇ ਪਤਾ ਲੱਗਦਾ ਜਦੋਂ ਮੌਤ ਆ ਜਾਂਦੀ ਹੈ, ਸਭ ਫੇਲ ਹੋ ਕੇ ਜਾਵਾਂਗੇ। ਪਰ ਗੁਰੂ ਸਾਹਿਬ ਕਹਿੰਦੇ ਗੁਰ ਕਾ ਸ਼ਬਦ ਸੁਣ ਨਾ ਜਾ ਕੇ, ਕਹਿੰਦੇ ਨਾਲ ਬਾਣੀ ਵੀ ਪੜ੍ਹੀ ਜਾਂਦਾ। ਬਾਣੀ ਪੜ੍ਹ ਕੇ ਵੀ ਨਹੀਂ ਜਾਗ ਆਈ ਤੈਨੂੰ, ਕਿਉਂਕਿ ਸੁਣੀ ਨਹੀਂ। ਜਿੱਦਾਂ ਬਾਣੀ ਸੁਣ ਲਈ ਨਾ, ਸਮਝ ਲਈ, ਉਦੋਂ ਜਾਗ ਆਉਂਦੀ, ਮਨ ਜਾਗਦਾ। ਵਾਕਿਆ ਹੀ ਮੈਂ ਤਾਂ ਪੰਜਾਂ 'ਚ ਫਸਿਆ, ਵਾਕਿਆ ਹੀ ਮੈਂ ਤਾਂ ਪਰਮਾਤਮਾ ਨਾਲ ਵਿਛੜਿਆ। ਫਿਰ ਇਹਨੂੰ ਜਾਗ ਆਉਂਦੀ ਹੈ ਵੀ ਵਾਕਿਆ ਮੈਂ ਤਾਂ ਫਸਿਆ, ਇੱਥੋਂ ਨਿਕਲਾਂ। ਜੇ ਅਸੀਂ ਕੈਦੀ ਹਾਂ, ਸਾਨੂੰ ਪਤਾ ਹੀ ਨਹੀਂ ਅਸੀਂ ਕੈਦੀ, ਅਸੀਂ ਤਾਂ ਨਹੀਂ ਠੀਕ ਹੈ ਜੀ, ਬਸ ਆਹੀ ਘਰ ਆ ਸਾਡਾ। ਤਾਂ ਗੁਰੂ ਸਾਹਿਬ ਕਹਿੰਦੇ ਪੰਜਾਂ ਦੇ ਕੈਦੀ ਹੋ ਤੁਸੀਂ ਭਾਈ, ਪਰ ਗੁਰੂ ਦਾ ਸ਼ਬਦ ਵੀ ਸੁਣ ਲਿਆ ਫਿਰ ਵੀ ਜਾਗ ਆਈ। ਬਾਣੀ ਵੀ ਪੜ੍ਹ ਲਈ, ਪਰ ਗੁਰੂ ਸਾਹਿਬ ਕਹਿੰਦੇ ਤੁਸੀਂ ਪੜ੍ਹੀ ਨਹੀਂ ਭਾਈ, ਸਮਝੀ ਨਹੀਂ, ਐਵੇਂ ਫਾਰਮੈਲਿਟੀ ਕੀਤੀ ਹੈ। ਅੰਤਰ ਨਾ ਉਪਜੇ ਚਾਓ। ਗੁਰੂ ਸਾਹਿਬ ਕਹਿੰਦੇ ਬਾਣੀ ਸੁਣ ਕੇ ਪੜ੍ਹ ਕੇ ਇੱਕ ਜਾਗ ਆਉਣੀ ਹੈ, ਪਰਮਾਤਮਾ ਦੇ ਨਾਮ ਦੀ ਇੰਨੀ ਭੁੱਖ ਲੱਗਣੀ ਹੈ, ਅੰਦਰ ਇੱਕ ਚਾਹ ਪੈਦਾ ਹੋਣਾ ਹੈ। ਕਾਹਦਾ? ਪਰਮਾਤਮਾ ਨੂੰ ਮਿਲਣ ਦਾ, ਇੰਨੀ ਭੁੱਖ ਲੱਗਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਜੇ ਬਾਣੀ ਪੜ੍ਹ ਕੇ ਜੇ ਤੁਹਾਨੂੰ ਚਾਹ ਅੰਦਰੋਂ ਪੈਦਾ ਨਹੀਂ ਹੋਇਆ, ਮਨ ਜਾਗਿਆ ਨਹੀਂ, ਪਰਮਾਤਮਾ ਨੂੰ ਪਾਉਣ ਦੀ ਭੁੱਖ ਨਹੀਂ ਲੱਗੀ, ਉਹਦੇ ਨਾਮ ਦੀ ਭੁੱਖ ਨਹੀਂ ਲੱਗੀ, ਤਾਂ ਮੇਰੀ ਬਾਣੀ ਪੜ੍ਹੀ ਸਫਲ ਨਹੀਂ ਹੈ, ਇੱਕ ਫਾਰਮੈਲਿਟੀ ਰਹਿ ਗਈ। ਕੱਲ੍ਹ ਆਪਾਂ ਸ਼ਬਦ ਪੜ੍ਹਿਆ ਸੀਗਾ, ਉੱਥੇ ਵੀ ਗੁਰੂ ਸਾਹਿਬ ਨੇ ਇਹੀ ਕਿਹਾ ਸੀ, ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਤਰ ਤ੍ਰਿਸ਼ਨਾ ਵਿਕਾਰ। ਗੁਰੂ ਸਾਹਿਬ ਕਹਿੰਦੇ ਬਾਣੀ ਪੜ੍ਹਨਾ ਕੋਈ ਮਾੜੀ ਮੋਟੀ ਗੱਲ ਨਹੀਂ, ਇਹ ਬੜਾ ਕੁਛ ਮਿਲਣਾ ਤੁਹਾਨੂੰ ਬਾਣੀ ਪੜ੍ਹ ਕੇ। ਪਰ ਬਾਣੀ ਪੜ੍ਹ ਕੇ ਉਹਨੂੰ ਸਮਝ ਕੇ ਕਮਾ ਕੇ ਤੁਹਾਡੇ ਵਕਾਰ ਅਤੇ ਤ੍ਰਿਸ਼ਨਾਵਾਂ ਕਾਬੂ ਆਉਣਗੀਆਂ, ਵਕਾਰ ਕਾਬੂ ਆਉਣਗੇ। ਜੇ ਨਹੀਂ ਹਜੇ ਕਾਬੂ ਆਏ, ਤ੍ਰਿਸ਼ਨਾਵਾਂ ਵੀ ਉਵੇਂ ਹੈ, ਪੰਜੇ ਵਕਾਰ ਵੀ ਉਵੇਂ ਹੈ, ਫਿਰ ਤੂੰ ਹਜੇ ਬੜੀ ਦੂਰ ਹੈ, ਫਾਰਮੈਲਿਟੀ ਕਰਦਾ। ਇੱਥੇ ਗੁਰੂ ਸਾਹਿਬ ਕਹਿੰਦੇ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ। ਹੁਣ ਦੱਸੀ ਮੈਂ ਬਾਣੀ ਪੜ੍ਹ ਕੇ ਮੈਨੂੰ ਕਿਹੜੀ ਜਾਗ ਆ ਗਈ, ਕਿਹੜੀ ਵੱਖਰੀ ਮੈਨੂੰ ਸੋਝੀ ਆਈ ਹੈ। ਦੁਨੀਆ ਨਾਲ ਵੱਖਰੀ ਸੋਝੀ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਕੋਲੇ। ਉਹਦਾ ਮਨ ਜਾਗਦਾ, ਵਾਕਿਆ ਮੈਂ ਤਾਂ ਭਾਈ ਵਾਰ-ਵਾਰ ਜਨਮ ਲੈਣਾ, ਵਾਕਿਆ ਮੈਂ ਸਰੀਰ ਛੱਡਣਾ ਹੈ, ਵਾਕਿਆ ਮੈਂ ਲੋਭ ਮੋਹ ਹੰਕਾਰ 'ਚ ਫਸਿਆ। ਇੱਕ ਜਾਗ ਆਉਂਦੀ ਹੈ, ਬਿਮਾਰੀ ਦੀ ਸਮਝ ਆਉਂਦੀ ਆ, ਬਿਮਾਰੀ ਲੱਗੀ ਹੈ ਮੈਨੂੰ। ਫਿਰ ਦਵਾਈ ਦੀ ਵੀ ਸਮਝ ਆਉਂਦੀ, ਆਹ ਦਵਾਈ ਹੈ। ਅਤੇ ਵੈਦ ਉਹੀ ਹੁੰਦਾ ਜਿਹੜਾ ਰੋਗ ਵੀ ਪਛਾਣ ਲੇ ਚੰਗੀ ਤਰ੍ਹਾਂ ਅਤੇ ਦਵਾਈ ਵੀ ਉਹਦੀ ਸਹੀ ਦੱਸੇ। ਅਤੇ ਗੁਰੂ ਗ੍ਰੰਥ ਸਾਹਿਬ ਸਾਡੇ ਵੈਦ ਹੈ, ਗੁਰੂ ਹੈ। ਇਹ ਰੋਗ ਵੀ ਦੱਸਦੇ ਚੰਗੀ ਤਰ੍ਹਾਂ ਅਤੇ ਦਵਾਈ ਵੀ ਪੱਕੀ ਦਿੰਦੇ ਆ। ਪਰ ਅਸੀਂ ਗੁਰੂ ਕੋਲ ਆਏ ਨਹੀਂ, ਰੋਗੀ ਬਣ ਕੇ ਆਏ ਨਹੀਂ, ਅਸੀਂ ਤਾਂ ਬੜੇ ਚੌਧਰੀ ਬਣ ਕੇ ਆਉਂਦੇ ਹਾਂ, ਹਉਮੈ ਹੰਕਾਰ 'ਚ ਆਉਂਦੇ ਹਾਂ। ਤਾਂ ਗੁਰੂ ਸਾਹਿਬ ਕਹਿੰਦੇ ਗੁਰੂ ਦਾ ਸ਼ਬਦ ਸੁਣ ਕੇ ਜਾਗ ਆਊਗੀ, ਤੁਹਾਨੂੰ ਪਰਮਾਤਮਾ ਨੂੰ ਪਾਉਣ ਦੀ ਭੁੱਖ ਆਊਗੀ। ਜੇ ਚਾਹ ਪੈਦਾ ਨਹੀਂ ਹੋਇਆ ਨਾਮ ਜਪਣ ਦਾ, ਸਾਡੀ ਬਾਣੀ ਪੜ੍ਹੀ ਸਫਲ ਨਹੀਂ ਹੈ, ਸਫਲ ਨਹੀਂ ਹੈ, ਭਾਵੇਂ ਜਿੰਨੀ ਮਰਜ਼ੀ ਪੜ੍ਹਦਾ ਕੋਈ। ਥੋੜ੍ਹੀ ਬਾਣੀ 'ਚੋਂ ਵੀ ਇਹ ਜਾਗ ਆ ਸਕਦੀ ਹੈ, ਜੇ ਅੰਦਰ ਵੱਜੇ। ਗੁਰੂ ਦੇ ਸ਼ਬਦ ਹੈ, ਤੀਰ ਵਾਂਗੂ ਵੱਜਣੇ ਚਾਹੀਦੇ ਸਾਨੂੰ। ਗੁਰੂ ਦੇ ਸ਼ਬਦਾਂ ਨੇ ਸਾਡੇ ਮਨ ਨੂੰ ਥੰਮਣ ਲਾਉਣੇ ਥੱਲੇ, ਇਹ ਜਾਗ ਆਉਣੀ ਹੈ।
ਫਿਰ ਗੁਰੂ ਸਾਹਿਬ ਦੇ ਜੇ ਚਾਅ ਪੈਦਾ ਨਹੀਂ ਹੋਇਆ, ਜਾਗ ਨਹੀਂ ਆਈ ਬਾਣੀ ਪੜ੍ਹ ਕੇ, ਫਿਰ ਕਹਿੰਦਾ ਤੂੰ ਤਾਂ ਦੁਖੀ ਰਹੇਗਾ ਭਾਈ, ਪੜ੍ਹੀ ਚੱਲ ਬਾਣੀ। ਇਹਦਾ ਮਤਲਬ ਇਹ ਨਹੀਂ ਵੀ ਨਹੀਂ ਪੜ੍ਹਨੀ, ਪੜ੍ਹ ਕੇ ਜਾਗ ਆਉਣੀ ਸੀ, ਉਹ ਕਿਉਂ ਨਹੀਂ ਆਈ? ਇੱਕ ਚਾਅ ਪੈਦਾ ਹੋਣਾ ਸੀ, ਉਹ ਕਿਉਂ ਨਹੀਂ ਆਇਆ? ਉਹ ਦੇਖਣਾ ਸੀ। ਬਾਣੀ ਪੜ੍ਹਨਾ ਬਹੁਤ ਮੁਬਾਰਕ ਹੈ, ਬਹੁਤ ਕਿਸਮਤ ਚੰਗੀ ਜਿਹੜਾ ਬਾਣੀ ਪੜ੍ਹਦਾ। ਪਰ ਗੁਰੂ ਸਾਹਿਬ ਦੇ ਅਗਲੀ ਕਲਾਸ 'ਚ ਤਾਂ ਜਾ। ਸਰੀਰ ਚਲਿਓ ਗੁਣ ਬਾਹਰਾ, ਜੋ ਗੁਰ ਕਾਰ ਨਾ ਕਮਾਏ। ਗੁਰੂ ਸਾਹਿਬ ਦੇ ਬਾਣੀ ਕਾਹਦੇ ਵਾਸਤੇ ਪੜ੍ਹਾਈ ਜਾਂਦੀ ਹੈ? ਜੋ ਬਾਣੀ 'ਚ ਲਿਖਿਆ ਕਮਾਉਣਾ ਸੀ ਉਹਨੂੰ। ਪਰ ਜੇ ਤੂੰ ਗੁਰੂ ਦੀ ਕਾਰ ਨਹੀਂ ਕਮਾਏਗਾ, ਗੁਣ ਇਹ ਤੇਰਾ ਮਨ ਤਾਂ ਸੜੂਗਾ, ਇਹਦੇ ਕੋਲ ਗੁਣ ਨਹੀਂ ਆਉਣੇ, ਇਹ ਪਰਮਾਤਮਾ ਨਾਲ ਜੁੜ ਨਹੀਂ ਸਕਦਾ, ਇਹ ਪਰਮਾਤਮਾ ਦੇ ਗੁਣ ਗਾਣੇ ਨਹੀਂ ਸਿੱਖੂਗਾ। ਗੁਣਾਂ ਤੋਂ ਬਿਨਾਂ ਪਰਮਾਤਮਾ ਦੇ ਗੁਣ ਗਾਉਣੇ ਅੱਗੇ ਅਸੀਂ, ਉਹਨਾਂ ਤੋਂ ਬਿਨਾਂ ਗੁਰੂ ਸਾਹਿਬ ਕਹਿੰਦਾ ਸਰੀਰ ਸੜ ਜਾਵੇ ਜਿਹੜਾ ਸਤਿਗੁਰ ਦੀ ਦੱਸੀ ਕਾਰ ਨਹੀਂ ਕਰਦਾ। ਹੁਣ ਸਭ ਤੋਂ ਵੱਡੀ ਬੇਅਬਦੀ ਮੈਂ ਕਰ ਰਿਹਾ, ਜੇ ਬਾਣੀ ਪੜ੍ਹ ਰਿਹਾ ਤੇ ਬਾਣੀ ਦੇ ਆਖੇ ਨਹੀਂ ਲੱਗ ਰਿਹਾ। ਗੁਰੂ ਨੂੰ ਮੈਂ, ਲੋਕ ਕੀ ਦੇਖਣ ਵੀ ਇਹ ਬਾਣੀ ਪੜ੍ਹਦਾ ਗੁਰੂ ਦਾ ਸਿੱਖ ਹੈ, ਮੈਨੂੰ ਦੇਖਣਗੇ ਕਿੰਨਾ ਕਿ ਇਹਦੇ 'ਚ ਬਦਲਾਵ ਆਇਆ, ਕੀ ਪ੍ਰਾਪਤ ਹੋਇਆ ਹੈ। ਉਹ ਜਦੋਂ ਦੇਖਣਗੇ ਮੇਰੇ ਬੱਲੇ ਦਾ ਕੁਛ ਵੀ ਨਹੀਂ, ਫਿਰ ਉਹ ਕਹੂਗਾ ਵੀ ਨਹੀਂ ਬਈ ਇਹਦਾ ਮਤਲਬ ਬਾਣੀ 'ਚ ਅਸਰ ਨਹੀਂ ਹੈ। ਕੋਈ ਅਸਰ ਹੈ ਪਰ ਮੇਰੀ ਕਮੀ ਹੈ। ਗੁਰੂ ਸਾਹਿਬ ਕਹਿੰਦੇ ਇਹ ਜਿਹਾ ਸਰੀਰ ਸਾੜੀ ਜਾਵੇ ਜਿਹੜਾ ਗੁਰੂ ਦੀ ਗਾਰ ਨਹੀਂ ਕਮਾਉਂਦਾ, ਗੁਰੂ ਮੁਤਾਬਕ ਨਹੀਂ ਚੱਲਦਾ। ਪਰ ਗੁਰੂ ਦਾ ਸਿੱਖ ਉਹੀ ਹੈ ਜਿਹੜਾ ਬਾਣੀ ਸਮਝਦਾ ਅਤੇ ਬਾਣੀ ਕਮਾਉਂਦਾ। ਉਹ ਸਿੱਖ ਅਖਵਾ ਸਕਦਾ, ਦੂਜਾ ਮੇਰੇ ਵਰਗਾ ਨਹੀਂ ਅਖਵਾ ਸਕਦਾ। ਜਗਤ ਜਲੰਦਾ ਡਿੱਠ ਮੈਂ ਹੋਮੇ ਦੂਜੇ ਪਾਏ। ਗੁਰੂ ਸਾਹਿਬ ਕਹਿੰਦੇ ਮੈਂ ਸਾਰੀ ਦੁਨੀਆ ਦੇ ਲੋਕਾਂ ਨੂੰ ਚੈੱਕ ਕਰ ਲਿਆ, ਅੱਜ ਵੀ ਗ੍ਰੰਥ ਸਾਹਿਬ ਚੈੱਕ ਕਰ ਰਹੇ, ਦੱਸ ਰਹੇ, ਕਹਿੰਦੇ ਸਾਰਾ ਜਗਤ ਜਲਦਾ ਹੈ, ਸੜੀ ਜਾਂਦਾ, ਲੋਭ ਮੋਹ ਹੰਕਾਰ 'ਚ ਐ ਦੁਖੀ ਹੋਈ ਜਾਂਦਾ। ਪਰ ਗੁਰੂ ਸਾਹਿਬ ਕਹਿੰਦੇ ਕਿਉਂ ਸੜਦਾ ਹੈ? ਇੱਕ ਤਾਂ ਇਹਦੇ ਹਉਮੈ 'ਚ ਤੇ ਇੱਕ ਏਕਮ ਤੋਂ ਬਿਨਾਂ ਦੂਜੇ ਨਾਲ ਜੁੜਿਆ, ਤਾਂ ਇਹ ਸੜ ਰਿਹਾ, ਤਾਂ ਦੁਖੀ ਹੈ। ਇਹ ਸਾਰੀ ਦੁਨੀਆ ਦੁਖੀ ਹੈ। ਜਿਵੇਂ ਡਾਕਟਰਾਂ ਦਾ ਵੀ ਆ ਸਾਰੇ ਪਿੰਡ 'ਚ ਬਿਮਾਰੀ ਫੈਲ ਗਈ ਹੈ ਭਾਈ, ਇਹ ਸਾਰਾ ਪਿੰਡ ਦੁਖੀ ਕਿਉਂ ਹੈ? ਇਹਨਾਂ ਨੂੰ ਆਹ ਬਿਮਾਰੀ ਲੱਗ ਗਈ ਸਾਰਿਆਂ ਨੂੰ। ਇਵੇਂ ਗੁਰੂ ਵੀ ਕਹਿੰਦਾ ਮੈਂ ਸਾਰੀ ਦੁਨੀਆ ਨੂੰ ਚੈੱਕ ਕੀਤਾ, ਉਹਨਾਂ ਨੂੰ ਇੱਕ ਹਉਮੈ ਦਾ ਰੋਗ ਲੱਗਿਆ ਅਤੇ ਇੱਕ ਦੂਜੇ ਘਰ 'ਚ ਫਿਰਦੇ ਆ, ਏਕਮ ਦੇ ਘਰ 'ਚ ਨਹੀਂ ਹੈ, ਦੂਜੇ ਨਾਲ ਪਿਆਰ ਲੱਗਿਆ। ਉਸ ਦੇ ਕਰਕੇ ਉਹ ਮੋਹ ਲੋਭ ਹੰਕਾਰ ਪੰਜੇ ਵੱਧਦੇ ਜਾਂਦੇ ਅਤੇ ਸੜ ਰਹੇ ਆ, ਦੁਖੀ ਹੋ ਰਹੇ ਆ। ਪਰ ਗੁਰੂ ਸਾਹਿਬ ਨੂੰ ਫਿਰ ਪੁੱਛਿਆ ਵੀ ਇਹਦਾ ਇਲਾਜ ਕੀ ਹੈ? ਗੁਰੂ ਸਾਹਿਬ ਕਹਿੰਦੇ ਬਸ ਤੁਸੀਂ ਗ੍ਰੰਥ ਸਾਹਿਬ ਦੇ ਲੜ ਲੱਗ ਜਾਓ, ਉਹਦੇ ਸ਼ਰਨ ਜਾਵੜੋ। ਨਾਨਕ ਗੁਰ ਸ਼ਰਨਾਈ ਉਭਰੇ। ਕਹਿੰਦਾ ਜਿਹੜਾ ਗੁਰੂ ਦੀ ਸ਼ਰਨ ਲਊਗਾ, ਗੁਰੂ ਦਾ ਓਟ ਲਊਗਾ, ਗੁਰੂ ਮੁਤਾਬਕ ਚੱਲੂਗਾ, ਚੱਲ ਕੇ ਕਿੱਥੇ ਜਾਊਗਾ? ਮਨ ਸੱਚ ਮਨ ਸ਼ਬਦ ਧਿਆਏ। ਕਹਿੰਦੇ ਜੇ ਗੁਰੂ ਦੀ ਸ਼ਰਨ ਪੈ ਕੇ ਬਾਣੀ ਸਮਝ ਕੇ ਗੁਰੂ ਦੀ ਬਾਣੀ ਨੂੰ ਸਮਝਣਾ ਸੀ, ਫਿਰ ਮਨ ਨੇ ਜਾਗ ਆਉਣੀ ਹੈ, ਸੱਚੇ ਪਰਮਾਤਮਾ ਦੀ ਸਮਝ ਆਊਗਾ, ਫਿਰ ਉਹਨੂੰ ਜਪਣਾ ਸ਼ੁਰੂ ਕਰੂਗਾ, ਧਿਆਉਣਾ ਸ਼ੁਰੂ ਕਰੂਗਾ। ਜਦੋਂ ਮਨ ਪਰਮਾਤਮਾ ਨੂੰ ਧਿਆਉਣਾ ਸ਼ੁਰੂ ਕਰੂਗਾ, ਮਨ ਦੇ ਵਿੱਚ ਉਹ ਵਸੂ ਆ ਕੇ ਫਿਰ ਉੱਭਰ ਸਕਦੇ ਆ। ਐਵੇਂ ਨਹੀਂ, ਬਹੁਤ ਵੱਡੀ ਸ਼ਕਤੀ ਤੋਂ ਬਾਹਰ ਨਿਕਲਣਾ। ਇਹ ਮਾਇਆ ਪੰਜੇ ਬਹੁਤ ਸਟਰੋਂਗ ਹੈ, ਤੋਂ ਨਿਕਲਣਾ ਸਾਡੇ ਵੱਸ ਨਹੀਂ। ਗੁਰੂ ਦੀ ਸ਼ਰਨ ਪੈ ਕੇ ਗੁਰੂ ਮੁਤਾਬਕ ਚੱਲ ਕੇ ਪਰਮਾਤਮਾ ਨੂੰ ਮਨ 'ਚ ਵਸਾ ਕੇ ਉਹਨੂੰ ਤਿਆਗ ਕੇ ਇਹ ਅੱਗ ਦੇ ਵਿੱਚੋਂ ਨਿਕਲ ਸਕਦੇ ਆ। ਹਉਮੈ ਹੰਕਾਰ ਪੰਜੇ ਵਿਕਾਰਾਂ ਦੀ ਅੱਗ 'ਚੋਂ ਨਿਕਲਣ ਦਾ ਇੱਕੋ ਹੀ ਤਰੀਕਾ ਹੈ, ਸਿਰਫ ਪਰਮਾਤਮਾ ਦਾ ਪਿਆਰ, ਉਹਦਾ ਸਿਮਰਨ। ਮਹੱਲਾ ਤੀਜਾ। ਸ਼ਬਦ ਰਤੇ ਹਉਮੈ ਗਈ, ਸੋਭਾਵੰਤੀ ਨਾਰ। ਪਿਰ ਕਹਿ ਭਾਣੇ ਸਦਾ ਚੱਲੇ, ਤਾਂ ਬਣਿਆ ਸ਼ਿੰਗਾਰ। ਸੇਜ ਸਹਾਵੀ ਸਦਾ ਪਿਰ ਰਾਵੇ, ਹਰ ਵਰ ਪਾਇਆ ਨਾਰ। ਨਾ ਹਰ ਮਰੇ ਨਾ ਕਦੇ ਦੁੱਖ ਲਾਗੇ, ਸਦਾ ਸੁਹਾਗਨ ਨਾਰ। ਨਾਨਕ ਹਰ ਪ੍ਰਭ ਮੇਲ ਲਈ, ਗੁਰ ਕੇ ਹੇਤ ਪਿਆਰ। ਗੁਰੂ ਸਾਹਿਬ ਕਹਿੰਦੇ ਗੁਰੂ ਨਾਲ ਜੁੜ ਜਾਓ, ਗੁਰੂ ਨਾਲ ਪਿਆਰ ਬਣਾ ਲਓ। ਗੁਰੂ ਦੇ ਨਾਲ ਜੁੜੋਗੇ ਤੁਸੀਂ, ਬੜੀ ਤੁਹਾਨੂੰ ਸੁਹਾਗਣ ਬਣਾਉਣਾ ਹੈ ਗੁਰੂ ਨੇ, ਸੋਭਾਵੰਤੀ ਬਣਾਉਣਾ ਹੈ, ਸਦਾ ਸੁਹਾਗਣ ਬਣਾਉਣਾ ਹੈ। ਤੁਹਾਡੇ ਪਤੀ ਨਾਲ ਗੁਰੂ ਨੇ ਵਿਆਹ ਕਰਾਉਣਾ, ਪਰ ਪਤੀ ਵੀ ਇਹੋ ਜਿਹਾ ਜਿਹੜਾ ਕਦੇ ਨਾ ਮਰਦਾ ਅਤੇ ਨਾ ਜਿਉਂਦਾ, ਸਦਾ ਰਹਿਣ ਵਾਲਾ।
ਉਹ ਪਰਮਾਤਮਾ ਕਹਿੰਦਾ ਨਾ ਹਰ ਮਰੇ ਨਾ ਕਦੇ ਦੁੱਖ ਲਾਗੇ। ਗੁਰੂ ਸਾਹਿਬ ਕਹਿੰਦੇ ਜਿਹਦਾ ਜਿਹੜੀ ਪਤਨੀ ਦਾ ਪਤੀ ਕਦੇ ਮਰੇ ਨਾ ਫਿਰ ਉਹਨੂੰ ਕਿਵੇਂ ਦੁੱਖ ਲੱਗੂਗਾ, ਮਰੂਗਾ ਤਾਂ ਹੀ। ਪਰ ਗੁਰੂ ਸਾਹਿਬ ਕਹਿੰਦੇ ਮੈਂ ਤੁਹਾਨੂੰ ਇਹੋ ਜਿਹਾ ਪਤੀ ਪਰਮਾਤਮਾ ਹਰੀ ਲੱਭ ਕੇ ਦੇਊਂਗਾ ਜਿਹੜਾ ਕਦੇ ਮਰੂਗਾ ਨਹੀਂ ਤੇ ਤੁਹਾਨੂੰ ਦੁੱਖ ਨਹੀਂ ਲੱਗ ਸਕਦੇ। ਸਦਾ ਸੁਹਾਗਣ ਨਾਰ ਬਣਾਉਣਾ ਤੁਹਾਨੂੰ। ਪਰ ਜਿਹੜਾ ਗੁਰੂ ਨਾਲ ਪਿਆਰ ਬਣਾਊਗਾ, ਗੁਰੂ ਦੇ ਮੁਤਾਬਕ ਅੱਖਾਂ ਮੀਚ ਕੇ ਤੁਰਿਆ ਜਾਊਗਾ, ਉਹਦਾ ਪਰਮਾਤਮਾ ਏਕਮ ਕਰਨਾ ਵਿਆਹ ਹੁੰਦਾ, ਮੇਲ ਹੁੰਦਾ, ਦੂਜਾ ਨਹੀਂ। ਪਰ ਕੀ ਹੁੰਦਾ ਗੁਰੂ ਦਾ ਸ਼ਬਦ ਕੀ ਕਰਦਾ ਇਹੋ ਜਿਹਾ? ਪਹਿਲਾਂ ਫਿਰ ਪਤੀ ਨਾਲ ਮਿਲਾਪ ਕਰਨ ਤੋਂ ਪਹਿਲਾਂ ਉਹ ਲੜਕੀ ਨੂੰ ਤਿਆਰ ਕੀਤਾ ਜਾਂਦਾ ਹੈ, ਸੁਹਾਗ ਦਾ ਪਹਿਰਾਵਾ ਪਹਿਨਾਇਆ ਜਾਂਦਾ ਹੈ। ਪਰ ਗੁਰੂ ਸੀ ਸਾਨੂੰ ਕੀ ਕਰਕੇ ਲਿਜਾਂਦਾ? ਤਿਆਰ ਕਰਕੇ ਲਿਜਾਂਦਾ ਹੈ। ਗੁਰੂ ਦੇ ਸ਼ਬਦ ਨਾਲ ਹਉਮੈ ਨਿਕਲਦੀ ਹੈ। ਗੁਰੂ ਸਾਹਿਬ ਕਹਿੰਦੇ ਐਵੇਂ ਪਤੀ ਨੇ ਤੈਨੂੰ ਪਸੰਦ ਨਹੀਂ ਕਰਨਾ, ਹਉਮੈ ਕੱਢ। ਹੁਣ ਬਾਣੀ ਪੜ੍ਹ ਕੇ ਸਾਡੀ ਹਉਮੈ ਖਤਮ ਹੋਣੀ ਚਾਹੀਦੀ ਹੈ। ਜਪਜੀ ਸਾਹਿਬ ਦੀਆਂ 2 ਪੌੜੀਆਂ ਹੀ ਹਉਮੈ ਕੱਢ ਦਿੰਦੀਆਂ, ਪਰ ਸਾਡੀਆਂ ਨਿਕਲੀ ਨਹੀਂ। ਫਿਰ ਵੀ ਇਹ ਪੌੜੀਆਂ ਅਸੀਂ ਸਾਰੇ ਪੜ੍ਹੀ ਜਾਂਦੇ। ਗੁਰੂ ਸਾਹਿਬ ਸ਼ਬਦ ਰੱਤੇ ਹਉਮੈ ਗਈ। ਬਾਣੀ ਦਾ ਜਦੋਂ ਰੰਗ ਚੜ੍ਹਦਾ, ਬਾਣੀ ਦਾ ਅਸਰ ਹੁੰਦਾ ਸਾਡੇ 'ਤੇ, ਹਉਮੈ ਜਾਂਦੀ ਹੈ। ਅਤੇ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੇ ਬਾਣੀ ਪੜ੍ਹ ਕੇ ਹਉਮੈ ਖਤਮ ਕਰ ਲਈ, ਬੜੀ ਵੱਡੀ ਪ੍ਰਾਪਤੀ ਹੈ, ਸੋਭਾਵੰਤੀ ਨਾਰ ਬਣ ਗਏ। ਹਉਮੈ ਹੀ ਦੁੱਖਾਂ ਦਾ ਕਾਰਨ ਹੈ, ਇਹੀ ਸਾਡੀ ਲੜਾਈ ਪੜ੍ਹਾਈ ਦਾ ਕਾਰਨ ਹੈ। ਪਰ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਦੇ 'ਚ ਹਉਮੈ ਨਹੀਂ ਹੁੰਦੀ। ਜੇ ਮੇਰੇ 'ਚ ਹਉਮੈ ਹੈ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਵੀ ਮੰਨਦਾ ਨਹੀਂ, ਮੈਂ ਗੁਰੂ ਦਾ ਸਿੱਖ ਨਹੀਂ ਹੈ, ਕਿਉਂਕਿ ਗੁਰੂ ਦੇ ਸ਼ਬਦ ਦਾ ਅੰਦਰ ਗਿਆ ਨਹੀਂ ਮੇਰੇ। ਬਾਣੀ ਦੇ ਜਦੋਂ ਰੰਗ ਚੜ੍ਹਦਾ, ਹਉਮੈ ਜਾਂਦੀ ਹੈ, ਹਉਮੈ ਚਲੀ ਗਈ, ਸੋਭਾਵੰਤੀ ਨਾਰ ਬਣ ਜਾਂਦੀ। ਫਿਰ ਪਿਰ ਕੇ ਭਾਣੇ ਸਦਾ ਚੱਲੇ ਤਾਂ ਬਣਿਆ ਸ਼ਿੰਗਾਰ। ਇੱਕ ਗੁਰੂ ਸਾਹਿਬ ਕਹਿੰਦੇ ਭਾਈ ਇੱਕ ਤਾਂ ਹਉਮੈ ਛੱਡ ਦੇ, ਇੱਕ ਆਪਦੇ ਪਤੀ ਜੋ ਕਰਦਾ ਉਹਦੇ ਭਾਣੇ ਚੱਲ। ਭਾਣੇ ਤੋਂ ਬਿਨਾਂ ਪਰਮਾਤਮਾ ਨਾਲ ਮਿਲਾਪ ਨਹੀਂ, ਉਸਦਾ ਪਤੀ ਨਾਲ ਨਹੀਂ। ਉਹਦਾ ਸ਼ਿੰਗਾਰ ਕੀ ਹੈ? ਅਸੀਂ ਬਣਾਉਣਾ ਤਾਂ ਪਰਮਾਤਮਾ ਸਾਡੇ ਨਾਲ ਵਿਆਹ ਕਰਾਊਗਾ। 2 ਸ਼ਿੰਗਾਰ ਦੇਖਣੀਆਂ ਨੇ ਸਾਡੇ। ਇੱਕ ਤਾਂ ਉਹਨੇ ਦੇਖਣੀ ਹੈ ਹਉਮੈ ਗਈ ਹੈ ਕਿ ਨਹੀਂ ਗਈ, ਇਹਦੀ ਭਾਣੇ 'ਚ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ। ਬਸ ਦੋਨੇ ਪੌੜੀਆਂ ਭਾਣਾ 'ਚ। ਪਹਿਲੀ ਪੌੜੀ ਭਾਣੇ ਦਾ ਕਹਿੰਦੀ ਹੈ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਉਹ ਹੁਕਮ ਚੱਲਣ ਨੂੰ ਕਹਿੰਦੀ। ਦੂਸਰੀ ਪੌੜੀ ਗੁਰੂ ਸਾਹਿਬ ਕਹਿੰਦੇ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ। ਬਾਣੀ ਪੜ੍ਹ ਕੇ ਸਾਨੂੰ ਹੁਕਮ ਦੀ ਸਮਝ ਆਉਣੀ। ਹੁਕਮ ਬੂਝ ਸੁਖ ਪਾਇਆ ਰੇ, ਸਾਨੂੰ ਪਤਾ ਹੀ ਨਹੀਂ ਹੁਕਮ ਕਿਹਨੂੰ ਕਹਿ ਰਹੀ ਹੈ। ਵਾਰ-ਵਾਰ ਬਾਣੀ ਇੰਨੇ ਸ਼ਬਦ ਆ ਹੁਕਮ ਦੇ ਬਾਰੇ। ਹੁਕਮ ਨੂੰ ਬੁੱਝ ਕੇ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਅਤੇ ਭਾਣੇ 'ਚ ਚੱਲ ਕੇ ਇਹ ਜਿਹਾ ਸ਼ਿੰਗਾਰ ਬਣਨਾ, ਇਹ ਜੀ ਸੋਭਾਵੰਤੀ ਨਾਰ ਬਣਨਾ। ਸੇਜ ਸੁਹਾਵੀ ਸਦਾ ਪਿਰ ਰਾਵੇ। ਫਿਰ ਪਤੀ ਕਹਿੰਦਾ ਭੱਜਿਆ ਹੁੰਦਾ, ਇਹ ਜੀ ਇਸਤਰੀ ਨੂੰ ਵੇਖ ਕੇ ਤਾਂ ਭੱਜਿਆ ਹੁੰਦਾ। ਸੇਜ 'ਤੇ ਬੈਠ ਜਾਂਦਾ, ਆ ਕੇ ਤੁਹਾਡੇ ਹਿਰਦੇ 'ਚ ਬੈਠ ਜਾਊਗਾ। ਫਿਰ ਕੇ ਭਾਣੇ ਸਦਾ ਚੱਲੇ, ਪਰ ਸਦਾ ਉਹਦਾ ਭਾਣਾ ਜੋ ਪਰਮਾਤਮਾ ਕਰੇ ਅਸੀਂ ਵਧੀਆ, ਬੈਸਟ ਹੈ। ਸੇਜ ਸੁਹਾਵੀ ਸਦਾ ਪਿਰ ਰਾਵੇ, ਹਰ ਵਰ ਪਾਇਆ ਨਾਰ। ਬਸ ਗੁਰੂ ਸਾਹਿਬ ਕਹਿੰਦੇ ਬਸ ਸੁਣ ਲਓ, ਤੂੰ ਆਪਦੇ ਪਤੀ ਹਰੀ ਨੂੰ ਪਾ ਲਿਆ, ਸੁਹਾਗਣ ਬਣ ਗਈ, ਤੇਰੀ ਸੇਜ ਐ ਹੀ ਸੋਹਣੀ ਬਣ ਗਈ, ਮਨ ਐ ਸ਼ਾਂਤ ਹੋ ਜਾਂਦਾ। ਨਾ ਹਰ ਮਰੇ ਨਾ ਕਦੇ ਦੁੱਖ ਲਾਗੇ, ਸਦਾ ਸੁਹਾਗਣ ਨਾਰ। ਗੁਰੂ ਸਾਹਿਬ ਮੈਂ ਤਾਂ ਸਦਾ ਸੁਹਾਗਣ ਬਣਾਉਣਾ ਤੈਨੂੰ। ਇਹ ਜਿਹਾ ਪਤੀ ਭਾਲ ਕੇ ਦਊ ਜਿਹੜਾ ਮਰੂ ਇਹਨੇ, ਤੇ ਜਦੋਂ ਪਤੀ ਨਹੀਂ ਮਰਿਆ ਤਾਂ ਦੁੱਖ ਲੱਗਣਾ ਹੀ ਨਹੀਂ। ਪਰਮਾਤਮਾ ਭੁੱਲਦਾ ਹੀ ਨਹੀਂ, ਦੁੱਖ ਲੱਗਦਾ ਹੀ ਨਹੀਂ। ਜਦੋਂ ਪਰਮਾਤਮਾ ਭੁੱਲਦਾ ਉਦੋਂ ਦੁੱਖ ਲੱਗਦੇ ਆ। ਅੱਜ ਅਸੀਂ ਭੁੱਲੇ ਵੇ ਹਾਂ, ਗੁਰੂ ਨੇ ਫਿਰ ਯਾਦ ਕਰਾ ਦੇਣਾ। ਨਾਨਕ ਹਰ ਪ੍ਰਭ ਮੇਲ ਲੈ, ਮੇਲ ਲਈ ਗੁਰ ਕੈ ਹੇਤ ਪਿਆਰ। ਗੁਰੂ ਸਾਹਿਬ ਕਹਿੰਦੇ ਭਾਈ ਪਰਮਾਤਮਾ ਉਹਨੂੰ ਮਿਲਦਾ ਜਿਹੜਾ ਗੁਰੂ ਨਾਲ ਪਿਆਰ ਕਰਦਾ, ਜਿਹਨੂੰ ਗ੍ਰੰਥ ਸਾਹਿਬ ਨਾਲ ਪਿਆਰ ਹੋਵੇ। ਮੈਂ ਗ੍ਰੰਥ ਸਾਹਿਬ ਦੇ ਮੁਤਾਬਕ ਚੱਲਣਾ, ਗੁਰੂ ਤੋਂ ਬਿਨਾਂ ਹੋਰ ਕਹਿਣਾ ਨਹੀਂ ਮੰਨਣਾ, ਉਹ ਕਾਮਯਾਬ ਹੁੰਦੇ ਆ। ਫਿਰ ਅੱਗੇ ਪੌੜੀ 'ਚ ਗੁਰੂ ਸਾਹਿਬ ਕਹਿੰਦੇ ਆ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ, ਹਰ ਜਿਉ ਤਿਨਾ ਕਾ ਦਰਸ਼ਨ ਨਾ ਕਰੋ, ਪਾਪ ਸਟ ਹਥਿਆਰੀ। ਉਹ ਕਰ ਕਰ ਫਿਰੇ ਕੁਸੁਧ ਮਨ, ਜਿਉ ਧਰਕਟ ਨਾਰੀ, ਵਡਭਾਗੀ ਸੰਗਤ ਮਿਲੇ, ਗੁਰਮੁਖ ਸਵਾਰੀ।
ਹਰ ਮੇਲੋ ਸਤਿਗੁਰ ਦਇਆ ਕਰ, ਗੁਰ ਕੋ ਬਲਹਾਰੀ। ਗੁਰੂ ਸਾਹਿਬ ਨੇ ਪਿਛਲੇ ਕੀ ਹੈ ਵੀ ਜਿਹੜਾ ਗੁਰੂ ਦੇ ਨਾਲ ਪਿਆਰ ਪਾਉਂਦਾ, ਗੁਰੂ ਮੁਤਾਬਕ ਚੱਲਦਾ, ਉਹ ਸੁਹਾਗਣ ਬਣ ਜਾਂਦੀ ਹੈ, ਭਾਗਾਂ ਵਾਲੀ ਬਣ ਜਾਂਦੀ ਹੈ, ਸਦਾ ਸੁਹਾਗਣ ਬਣ ਜਾਂਦੀ ਹੈ, ਕਿਸਮਤ ਵਾਲੀ ਬਣ ਜਾਂਦੀ ਹੈ, ਪਰਮਾਤਮਾ ਨਾਲ ਮਿਲਾਪ ਕਰ ਲੈਂਦੀ ਹੈ। ਪਰ ਜਿਹੜੀ ਇਸਤਰੀ ਗੁਰੂ ਮੁਤਾਬਕ ਨਹੀਂ ਚੱਲਦੀ, ਗੁਰੂ ਦੀ ਨਿੰਦਾ ਕੀ ਹੈ? ਮੈਂ ਬਾਣੀ ਪੜ੍ਹਦਾ ਤੇ ਬਾਣੀ ਦੇ ਆਖੇ ਨਹੀਂ ਲੱਗਦਾ ਤੇ ਗੁਰੂ ਦੀ ਨਿੰਦਾ ਹੀ ਕਰ ਰਿਹਾ। ਬਾਣੀ ਮੁਤਾਬਕ ਨਾ ਚੱਲਣ ਵਾਲਾ ਨਿੰਦਾ ਜੋਗੀ ਹੈ, ਨਿੰਦਾ ਵਾਲੀ ਕਲਾਸ ਹੈ। ਗੁਰੂ ਸਾਹਿਬ ਕਹਿੰਦਾ ਜਿਹੜਾ ਗੁਰੂ ਨੂੰ ਨਿੰਦਾ, ਗੁਰੂ ਮੁਤਾਬਕ ਨਹੀਂ ਚੱਲਦਾ, ਉਹ ਬਰਿਆਰੀ ਨਾਰ ਹੈ, ਉਹਨੂੰ ਪਰਮਾਤਮਾ ਨੇ ਪਸੰਦ ਨਹੀਂ ਕਰਨਾ, ਕਿਉਂਕਿ ਉਹਦੀ ਹਉਮੈ ਤਾਂ ਜਾਣੀ ਨਹੀਂ, ਉਹਨੇ ਰਜਾ ਚੱਲਣਾ ਹੀ ਨਹੀਂ, ਉਹਨੂੰ ਮਿਲਣਾ ਨਹੀਂ। ਕਹਿੰਦੇ ਉਹ ਫਿਰ ਕਿਵੇਂ ਫਿਰਦੀ ਹੈ? ਉਹ ਫਿਰ ਪਰਮਾਤਮਾ ਉਹਦੇ ਦਰਸ਼ਨ ਨਹੀਂ ਕਰਦਾ, ਉਹਦੇ ਨੇੜੇ ਨਹੀਂ ਆਉਂਦਾ। ਹਰ ਜੀਉ ਤਿਨਕਾ ਦਰਸ਼ਨ ਨਾ ਕਰੇ। ਗੁਰੂ ਸਾਹਿਬ ਕਹਿੰਦੇ ਜਿਹੜਾ ਗੁਰੂ ਮੁਤਾਬਕ ਨਹੀਂ ਚੱਲੂਗਾ, ਉਹਦਾ ਪਰਮਾਤਮਾ ਨਾਲ ਮਿਲਾਪ ਨਹੀਂ ਹੋਣਾ, ਨਹੀਂ ਹੋਣਾ। ਕਿਉਂ ਨਹੀਂ ਆਣਾ? ਤੁਹਾਡੀ ਹਉਮੈ ਨਹੀਂ ਜਾਣੀ, ਤੁਸੀਂ ਰਜਾ 'ਚ ਨਹੀਂ ਚੱਲਣਾ, ਤੁਸੀਂ ਉਹਦਾ ਭੁੱਖ ਹੀ ਨਹੀਂ ਲੱਗਣੀ ਤੁਹਾਨੂੰ ਉਹਦੀ। ਗੁਰੂ ਸਾਹਿਬ ਕਹਿੰਦਾ ਉਹਦਾ ਫਿਰ ਬੜੀ ਪਾਪੀ ਤੇ ਹਥਿਆਰੀ ਹੈ, ਇਸਤਰੀ ਹੈ, ਉਹਦੇ ਦਰਸ਼ਨ ਨਹੀਂ ਕਰਦਾ, ਪਰਮਾਤਮਾ ਨਹੀਂ ਮਿਲਦਾ ਉਹਨੂੰ। ਤੇ ਤੁਸੀਂ ਵੀ ਉਹਦੇ ਇਹੋ ਜਿਹੀ ਇਸਤਰੀ ਦੇ ਨੇੜੇ ਨਾ ਜਾਓ। ਕੀ ਕਰਦੀ ਹੈ ਫਿਰ? ਉਹ ਘਰ ਘਰ ਫਿਰੇ, ਕਸੁੱਧ ਮਨ ਜਿਉਂ ਧਰਕਟ ਨਾਰੀ। ਗੁਰੂ ਸਾਹਿਬ ਕਹਿੰਦੇ ਫਿਰ ਉਹ ਖੋਟੇ ਮਨ ਵਾਲੀ, ਹੰਕਾਰੀ, ਹਉਮੀ, ਕਾਮੀ, ਕ੍ਰੋਧੀ ਇਸਤਰੀ ਬਣ ਜਾਂਦੀ ਹੈ। ਜਿਵੇਂ ਇੱਕ ਗੰਦੇ ਆਚਰਨ ਵਾਲੀ ਇਸਤਰੀ ਘਰ ਘਰ ਫਿਰਦੀ ਹੈ, ਉਸ ਵਾਂਗੂ ਫਿਰ ਉਹ ਆਦਮੀ ਵੀ ਐਂ ਭੜਕਦਾ ਰਹਿੰਦਾ। ਵਡਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ। ਪਰ ਗੁਰੂ ਸਾਹਿਬ ਕਹਿੰਦੇ ਭਾਈ ਉਹ ਵੱਡੇ ਭਾਗਾਂ ਵਾਲੇ ਬਣ ਜਾਂਦੇ ਜਿਹੜੇ ਗੁਰੂ ਨੂੰ ਮਿਲ ਜਾਂਦੇ ਹੈ, ਤੇ ਗੁਰੂ ਸਾਨੂੰ ਸਵਾਰ ਦਿੰਦਾ ਮੇਰੇ ਮਨ ਦੇ ਵਿੱਚ ਜਿਹੜਾ ਹੈਗਾ ਉਹ ਕੱਢ ਦਿੰਦਾ, ਸਾਰਾ ਕੁਛ ਔਗਣ ਕੱਢ ਦਿੰਦਾ। ਵਡਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ। ਗੁਰੂ ਸਾਹਿਬ ਕਹਿੰਦੇ ਹੁਣ ਗੁਰਮੁਖਾਂ ਦੀ ਸੰਗਤ ਮਿਲਣੀ ਬੜੀ ਔਖੀ ਹੈ। ਹੁਣ ਦੂਸਰੇ ਸੰਗਤਾਂ ਵਾਧੂ ਮਿਲ ਜਾਂਦੀਆਂ, ਜਿਹੜੇ ਗੁਰੂ ਮੁਤਾਬਕ ਚੱਲਣ ਵਾਲੇ ਉਹ ਗੁਰਸਿੱਖ ਇਹੋ ਜਿਹੇ ਮੁਸ਼ਕਿਲ ਹੀ ਮਿਲਦੇ, ਪਰ ਜਿਹਨੂੰ ਮਿਲ ਜਾਂਦੇ ਉਹਦੀ ਕਿਸਮਤ ਬਣ ਜਾਂਦੀ। ਵਡਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ, ਹਰ ਮੇਲੋ ਸਤਿਗੁਰ ਦਇਆ ਕਰ, ਗੁਰ ਕੋ ਬਲਹਾਰੀ। ਗੁਰੂ ਸਾਹਿਬ ਕਹਿੰਦੇ ਪਰ ਹੁਣ ਗੁਰਮੁਖ ਨਹੀਂ ਮਿਲਣੇ, ਤੂੰ ਗ੍ਰੰਥ ਸਾਹਿਬ ਮਿਲ ਜਾਣਗੇ ਤੈਨੂੰ, ਤੂੰ ਅਰਦਾਸ ਕਰਕੇ ਮੈਨੂੰ ਸਤਿਗੁਰ ਮਿਲ ਜਾਵੇ, ਮੈਂ ਸਤਿਗੁਰ ਤੋਂ ਕੁਰਬਾਨ ਜਾਵਾਂ। ਹੇ ਹਰੀ ਮਿਹਰ ਕਰ, ਮੈਨੂੰ ਗੁਰੂ ਨਾਲ ਮਿਲਾ ਦਿਓ, ਮਿਹਰ ਕਰ, ਗੁਰੂ ਦੀ ਸਮਝ ਆ ਜਾਏ, ਬਾਣੀ ਮੈਨੂੰ ਸਮਝ ਆ ਜਾਏ, ਬਾਣੀ ਮੁਤਾਬਕ ਚੱਲਣ ਲੱਗ ਜਾਵਾਂ, ਮੈਂ ਆਪ ਹੀ ਗੁਰਮੁਖ ਬਣ ਕੇ ਆਪ ਹੀ ਸੰਗਤ ਬਣਾਵਾਂ, ਹੋਰਾਂ ਨੂੰ ਵੀ ਜੋੜਾਂ, ਆਪ ਹੀ ਬਾਣੀ ਨਾਲ ਜੋੜਾਂ, ਮੇਰੇ 'ਤੇ ਕਿਰਪਾ ਕਰ, ਮਿਹਰ ਕਰ। ਹੁਣ ਗੁਰੂ ਨੂੰ ਮਿਲ ਕੇ ਅਸੀਂ ਸੁਹਾਗਣ ਬਣਨਾ, ਸਦਾ ਸੁਹਾਗਣ ਬਣਨਾ। ਇੱਕ ਮਨ ਦਾ ਵਿਆਹ ਸਾਡੇ ਪਰਮਾਤਮਾ ਨਾਲ ਹੋਣਾ, ਪਰ ਪਰਮਾਤਮਾ ਵਿਆਹ ਕਿਹਦੇ ਨਾਲ ਕਰਦਾ? ਜਿਹੜਾ ਗੁਰੂ ਨਾਲ ਮਿਲਦੀ ਹੈ। ਗੁਰੂ ਤਿਆਰ ਕਰਦਾ ਜਿਹਨੂੰ, ਗੁਰੂ ਫਿਰ ਉਹਨੂੰ ਉਹਦੀ ਹਉਮੈ ਕੱਢ ਦਿੰਦਾ ਅਤੇ ਉਹਦੀ ਰਜਾ 'ਚ ਚੱਲਣਾ ਸਿਖਾਉਂਦਾ ਅਤੇ ਉਹਦਾ ਨਾਮ ਮੰਗਣਾ ਸਿਖਾਉਂਦਾ। ਫਿਰ ਉਹਨੂੰ ਪਰਮਾਤਮਾ ਨਾਲ ਮਿਲਾਪ ਹੁੰਦੇ ਹੈ, ਫਿਰ ਉਹਦਾ ਮਨ ਨਿਰਮਲ ਹੁੰਦਾ। ਨਹੀਂ ਤਾਂ ਮਨ ਬੜਾ ਮੈਲਾ ਹੈ, ਇਹਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਹੈ, ਕਾਲਾ ਸਿਆਹ ਹੋਇਆ ਪਿਆ। ਹਰੇਕ ਬੰਦੇ ਦੇ ਅੰਦਰ ਔਗਣ ਹੈ, ਮੰਨੇ ਨਾ ਮੰਨੇ ਉਹਦੀ ਮਰਜ਼ੀ ਹੈ, ਪਰ ਗੁਰੂ ਕਹਿੰਦੇ ਭਾਈ ਸਾਰੇ ਹੀ ਹਉਮੈ ਹੰਕਾਰ ਕਰਕੇ ਮੈਲਿਓ। ਗੁਰੂ ਤੁਹਾਨੂੰ ਇਹ ਕੱਢੂਗਾ। ਮਨ ਨੂੰ ਸਾਫ਼ ਕਰਨ ਵਾਸਤੇ ਅਸੀਂ ਬਾਣੀ ਪੜ੍ਹਦੇ ਹਾਂ, ਮਨ ਨੂੰ ਨਿਰਮਲ ਕਰਨ ਵਾਸਤੇ, ਖਾਲਸ ਕਰਨ ਵਾਸਤੇ। ਪਰ ਮਨ ਜਿੰਨਾ ਚਿਰ ਪਰਮਾਤਮਾ ਸੱਚ ਨਾਲ ਨਹੀਂ ਜੁੜਦਾ ਉਨਾ ਚਿਰ ਸਾਫ਼ ਨਹੀਂ ਹੁੰਦਾ। ਪਰ ਸੱਚ ਨਾਲ ਤਾਂ ਜੁੜੂਗਾ ਅਸੀਂ ਗੁਰੂ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦਈਏ, ਗੁਰੂ ਮੁਤਾਬਕ ਚੱਲੀਏ, ਗੁਰੂ ਮੁਤਾਬਕ ਚੱਲਣ ਦਾ ਫੈਸਲਾ ਲਈਏ। ਉਹ ਆਪਦੇ ਮਨ ਨੂੰ ਨਿਰਮਲ ਕਰ ਸਕਦਾ, ਦੂਜਾ ਨਹੀਂ ਕਰ ਸਕਦਾ। ਜਿਹੜਾ ਗੁਰੂ ਮੁਤਾਬਕ ਨਹੀਂ ਚੱਲਦਾ ਉਹਦਾ ਗੁਰੂ ਸਾਹਿਬ ਕਹਿੰਦੇ ਕਿਹੜੀ ਹੈ? ਉਹਦਾ ਵਿਚਾਰਨ ਗੰਦੇ ਆਚਰਨ ਵਾਲੀ ਇਸਤਰੀ ਦੇ ਬਰਾਬਰ ਹੈ, ਕਿਉਂਕਿ ਲੋਭੀ ਹੈ, ਕਾਮੀ ਹੈ, ਕ੍ਰੋਧੀ, ਹੰਕਾਰੀ ਹੈ। ਇਹਨਾਂ ਦੇ ਨਾਲ ਲੜਾਈ ਹੈ, ਇਹਦੇ 'ਚੋਂ ਮਨ ਨੂੰ ਕੱਢਣਾ। ਪਰ ਇਹ
ਗੁਰੂ ਦੇ ਪ੍ਰਸ਼ਾਦ ਤੋਂ ਬਿਨਾ ਨਹੀਂ, ਗੁਰੂ ਦੇ ਗਿਆਨ ਤੋਂ ਬਿਨਾ ਪੋਸੀਬਲ ਨਹੀਂ। ਜਿੱਦਣ ਗੁਰੂ ਦਾ ਪ੍ਰਸ਼ਾਦ ਆ ਗਿਆ, ਸਕਿੰਟ ਵੀ ਲੱਗਦਾ ਹੈਗਾ, ਖਿਣ ਵੀ ਲੱਗਦਾ ਹੈਗਾ। ਇਹ ਸਾਰਾ ਗੁਰੂ ਦੀ ਕਿਰਪਾ ਹੈ। ਗੁਰੂ ਮੁਤਾਬਕ ਚੱਲਣਾ ਪਊਗਾ। ਬਾਣੀ ਸਾਨੂੰ ਸਮਝਣੀ ਵੀ ਪਊ ਅਤੇ ਕਮਾਉਣੀ ਪਊ। ਆਓ ਬਾਣੀ ਨੂੰ ਸਮਝੀਏ ਵੀ ਅਤੇ ਕਮਾਈਏ ਵੀ। ਇਹੋ ਜਿਹੀਆਂ ਸੰਗਤਾਂ ਬਣਾਈਏ, ਆਪ ਵੀ ਬਾਣੀ ਸਮਝੀਏ ਅਤੇ ਦੂਜਿਆਂ ਨੂੰ ਸਮਝਾਈਏ। ਇਹ ਦੋ ਸ਼ਬਦ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਹੋਣੀਆਂ, ਅਣਜਾਣ ਜਾਣ ਕੇ ਬਖਸ਼ ਲੈਣਾ। ਜਿੰਨੀ ਕੁ ਮਾਲਕ ਬੁੱਧੀ ਦਿੰਦਾ, ਉਹ ਜੇ ਤਰੀਕੇ ਨਾਲ, ਉਹ ਜੀ ਬੁੱਧੀ ਨਾਲ ਕੋਸ਼ਿਸ਼ ਕਰਦੇ ਹੈ ਤਾਂ ਕਿ ਸਾਨੂੰ ਗੁਰੂ ਦੀ ਸਮਝ ਆ ਜਾਵੇ। ਗੁਰੂ ਨਾਲ ਚੱਲ ਕੇ ਅਸੀਂ ਉਹ ਪਰਮਾਤਮਾ ਨਾਲ ਮਿਲਾਪ ਕਰਕੇ ਆਪਦਾ ਜਨਮ ਸਫਲ ਕਰ ਲਈਏ, ਆਪਦੇ ਦੁੱਖਾਂ ਨੂੰ ਸੁੱਖਾਂ ਦੇ ਵਿੱਚ ਬਦਲ ਲਈਏ। ਇਹ ਸਾਡੀ ਪ੍ਰਾਪਤੀ ਹੈ। ਇਸ ਵਾਸਤੇ ਅਸੀਂ ਬਾਣੀ ਪੜ੍ਹਦੇ ਹਾਂ। ਬਾਣੀ ਪੜ੍ਹ ਕੇ ਬੜਾ ਵੱਡਾ ਬਦਲਾਵ ਆਉਣਾ ਹੈ। ਇਸ ਕਰਕੇ ਰੋਜ਼ ਸਾਧ ਸੰਗਤ ਜੀ ਬੇਨਤੀਆਂ ਕਰਦੇ ਹਾਂ ਤੁਹਾਨੂੰ ਕਿ ਬਾਣੀ ਸਮਝੋ, ਆਪ ਸਮਝੋ ਅਤੇ ਦੂਜੇ ਨੂੰ ਵੀ ਸਮਝਾਓ। ਇਹਨਾਂ ਕਹਿੰਦੇ ਖਿਮਾ ਦੇ ਜਾਜਕਾਂ, ਹੋਈਆਂ ਭੁੱਲਾਂ ਚੁੱਕਾਂ ਦੀ ਵਾਰ-ਵਾਰ ਮਾफ़ੀ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖ ਗਾਤੇ ਤੂੰ ਅਥਾ